खुश होने ਦੀ ਬਜਾਏ ਮੈਂ ਘਬਰਾਉਣ ਲੱਗਾ। ਮੈਂ ਸੋਚਣ ਲੱਗਾ ਕਿ ਮੈਂ PhD ਵਿੱਚ ਹੀ ਡ੍ਰੌਪ ਕਰ ਦਿੱਤੀ। ਹੁਣ ਕੈਰੀਅਰ ਦਾ ਕੀ ਹੋਏਗਾ? ਪਤਾ ਲੱਗਾ ਕਿ ਸਾਨੂੰ ਫਾਈਨੈਂਸ਼ੀਅਲ ਐਜੂਕੇਸ਼ਨ ਬਾਰੇ ਤਾਂ ਕੁਝ ਸਿਖਾਇਆ ਹੀ ਨਹੀਂ ਗਿਆ। ਸਾਨੂੰ ਬਿਜ਼ਨਸ ਫੰਡ ਰੇਜ਼ਿੰਗ, ਅਕਾਊਂਟਸ, ਮਨੀ ਮੈਨੇਜਮੈਂਟ ਇੱਕ ਇਹੋ ਜਿਹੀ ਇੰਪੋਰਟੈਂਟ ਐਲੀਮੈਂਟਸ ਨੇ। ਅਸੀਂ ਇਹ ਸਾਰੀ ਇੰਪੋਰਟੈਂਟ ਚੀਜ਼ਾਂ ਨੂੰ ਸਮਝਿਆ ਤੇ ਬਹੁਤ ਧਿਆਨ ਨਾਲ ਸੋਚਿਆ, ਜਿਹਦਾ ਨਤੀਜਾ ਇਹ ਹੋਇਆ। ਮੇਰਾ ਨਾਮ ਰੂਬਲ ਤੁਲੀ ਹੈ। ਮੇਰੀ ਕਹਾਣੀ ਇੱਕ ਪੁਕਾਰ ਹੈ ਉਹਨਾਂ ਸਟੂਡੈਂਟਸ ਦੇ ਲਈ ਜੋ ਇਸ ਵੇਲੇ ਆਪਣੇ ਕੈਰੀਅਰ ਦੀ ਚੋਇਸ ਕਰ ਰਹੇ ਨੇ। ਮੈਂ ਜਾਣਿਆ ਜਾਂਦਾ ਹਾਂ ਇੱਕ ਡਾਇਰੈਕਟਰ ਆਫ ਅਕੈਡਮੀ ਐਂਡ ਕਿੰਡਰਗਾਰਟਨ ਦੇ ਤੌਰ ਤੇ। ਮੇਰੀ ਪਹਿਚਾਨ ਹੈ ਇੱਕ ਪੈਸ਼ਨੇਟ ਟੀਚਰ ਦੇ ਨਾਮ ਦੇ ਨਾਲ, ਇੱਕ ਡਿਵੋਟਿਡ ਪ੍ਰੋਫੈਸ਼ਨਲ ਦੇ ਨਾਮ ਦੇ ਨਾਲ। ਪਰ ਜੇਕਰ ਮੈਂ ਤੁਹਾਨੂੰ ਦੱਸਾਂ ਕਿ ਗ੍ਰੇਡ 8 ਦੇ ਮੈਥ ਦੇ ਐਗਜ਼ਾਮ ਦੇ ਵਿੱਚ ਮੈਂ ਇੱਕ ਵਾਰੀ ਫੇਲ ਹੋ ਗਿਆ ਸੀ, ਤਾਂ ਸ਼ਾਇਦ ਤੁਹਾਨੂੰ ਇੱਕ ਅਜੂਬਾ ਲੱਗੇ। ਅਸਲ 'ਚ ਗਲਤੀ ਮੇਰੀ ਨਹੀਂ ਸੀ, ਗਲਤੀ ਸ਼ਾਇਦ ਸਾਡੀ ਸਿੱਖਿਆ ਪ੍ਰਣਾਲੀ ਦੀ ਸੀ। ਉਹਨਾਂ ਦਿਨਾਂ 'ਚ ਮੈਂ ਇੱਕ ਕਵਿਤਾ ਲਿਖੀ ਸੀ। ਕਵਿਤਾ ਦਾ ਆਈਡੀਆ ਸੀਗਾ ਕਿ ਗਾਂਧੀ ਤੇ ਟੈਗੋਰ ਦੀ ਆਪਸ 'ਚ ਇੱਕ ਵਰਬਲ ਫਾਈਟ ਹੋ ਰਹੀ ਹੈ ਸਿੱਖਿਆ ਪ੍ਰਣਾਲੀ ਨੂੰ ਲੈ ਕੇ। ਟੈਗੋਰ ਸਮਰਥਕ ਸੀ ਆਧੁਨਿਕ ਵਿਗਿਆਨਿਕ ਐਜੂਕੇਸ਼ਨ ਦੇ, ਐਂਡ ਗਾਂਧੀ ਜੀ ਸਮਰਥਕ ਸੀਗੇ ਸਵਦੇਸ਼ੀ ਸਿੱਖਿਆ ਪ੍ਰਣਾਲੀ ਦੇ। ਖਾਦੀ, ਚਰਖਾ, ਗੁਰੂ ਸ਼ਿਸ਼ਯ ਪ੍ਰਥਾ। ਖੈਰ ਜੋ ਵੀ ਸੀ, ਉਹ ਕਵਿਤਾ 'ਚ ਕੁਝ ਇੰਨਾ ਖਾਸ ਸੀ ਕਿ ਉਹ ਸਿਲੈਕਟ ਹੋ ਗਈ ਇੱਕ ਇੰਟਰਨੈਸ਼ਨਲ ਪੋਇਟਰੀ ਰੈਸੀਟੇਸ਼ਨ ਕੰਪੀਟੀਸ਼ਨ ਦੇ ਵਿੱਚ, ਜੋ ਲਖਨਊ 'ਚ ਹੋਣਾ ਸੀ। ਨਾਲ ਲਖਨਊ ਵਰਗੇ ਸ਼ਹਿਰ 'ਚ ਇੰਨੀ ਦੂਰ ਜਾਣਾ, ਨੈਚੁਰਲੀ ਮੈਨੂੰ ਇੱਕ ਮਹੀਨਾ ਲੱਗਾ ਫॉर द ਪ੍ਰੈਪਰੇਸ਼ਨ ਮੇਰੀ ਕਵਿਤਾ ਦੀ ਰੈਸੀਟੇਸ਼ਨ ਦੀ, ਤੇ 15 ਦਿਨ ਉਸ ਇਵੈਂਟ ਨੂੰ ਲੱਗੇ। ਕੁੱਲ ਮਿਲਾ ਕੇ ਟਰਮ ਅੱਧੇ ਤੋਂ ਜ਼ਿਆਦਾ ਤਾਂ ਉੱਥੇ ਹੀ ਨਿਕਲ ਗਈ। ਸ਼ੁਕਰ ਹੈ ਪ੍ਰਾਈਜ਼ ਆ ਗਿਆ, ਪਰ ਜਦੋਂ ਵਾਪਸ ਪਹੁੰਚੇ ਤਾਂ ਪਤਾ ਲੱਗਾ ਕਿ ਮੈਥ ਤੇ ਸਾਇੰਸ ਦੇ ਬੜੇ ਇੰਪੋਰਟੈਂਟ ਚੈਪਟਰਸ ਮੇਰੇ ਮਿਸ ਹੋ ਗਏ। ਦ ਸਕੁਆਇਰ ਰੂਟਸ, ਦ ਕਿਊਬ ਰੂਟਸ, ਐਲਜੈਬਰਿਕ ਐਕਸਪ੍ਰੈਸ਼ਨਸ, ਪਾਈਥਾਗੋਰਸ। ਨੈਚੁਰਲੀ ਫੇਲ ਤਾਂ ਹੋਣਾ ਹੀ ਸੀ। ਉਦੋਂ ਮੈਨੂੰ ਸਿੱਖਿਆ ਪ੍ਰਣਾਲੀ ਦੀ ਪਹਿਲੀ ਸੱਟ ਲੱਗੀ। ਫਿਰ ਮੈਨੂੰ ਐਜੂਕੇਸ਼ਨ ਦੀ ਦੂਜੀ ਸੱਟ 10ਵੀਂ ਕਲਾਸ 'ਚ ਲੱਗੀ। ਆਫਟਰ 10 ਸਾਰੇ ਬੱਚੇ ਚੁਣਦੇ ਨੇ ਕਿ ਅਸੀਂ ਜ਼ਿੰਦਗੀ 'ਚ ਕੀ ਕਰਨਾ ਹੈ, ਕੈਰੀਅਰ ਦੀ ਚੋਇਸ ਕਰਨੀ ਹੁੰਦੀ ਹੈ। ਖੁੱਲ੍ਹ ਕੇ ਸਲਾਹ ਦਿੱਤੀ ਜਾ ਰਹੀ ਸੀ ਕਿ ਤੁਹਾਨੂੰ ਮੈਥ ਤੇ ਸਾਇੰਸ ਲੈਣਾ ਚਾਹੀਦਾ ਹੈ ਜੇ ਤੁਹਾਡੇ ਨੰਬਰ 80% ਤੋਂ ਪਲੱਸ ਨੇ, ਬਿਕੋਜ਼ ਇਹਦੇ 'ਚ ਜੌਬ ਪ੍ਰੋਸਪੈਕਟ ਜ਼ਿਆਦਾ ਨੇ, ਹਾਇਰ ਸੈਲਰੀ ਪੈਕੇਜ ਹੈ, ਸੈਟਲਮੈਂਟ ਐਂਡ ਫਾਈਨੈਂਸ਼ੀਅਲ ਸਿਕਿਉਰਿਟੀ ਹੈ। ਇਹ ਦੱਸਿਆ ਜਾ ਰਿਹਾ ਸੀ ਕਿ ਜੇਕਰ ਤੁਹਾਡੇ ਫਾਦਰ ਦਾ ਬਿਜ਼ਨਸ ਹੈ ਤਾਂ ਕਮਰਸ ਲਵੋ, ਜੇਕਰ ਤੁਹਾਨੂੰ ਪੜ੍ਹਾਈ ਵਧੀਆ ਨਹੀਂ ਲੱਗਦੀ ਤਾਂ ਹਿਊਮੈਨਿਟੀਜ਼ ਐਂਡ ਆਰਟਸ ਲਵੋ। ਪਰ ਮੇਰੇ ਤਾਂ 90% ਸੀ। ਖੁਸ਼ ਹੋਣ ਦੀ ਬਜਾਏ ਮੈਂ ਘਬਰਾਉਣ ਲੱਗਾ। ਮੈਂ ਸੋਚਣ ਲੱਗਾ ਕਿ ਮੈਨੂੰ ਤਾਂ ਸਾਇੰਸਿਸ ਪਸੰਦ ਹੀ ਨਹੀਂ ਹੈ। ਮੇਰੀ ਤੇ ਰੁਚੀ ਹਿਊਮੈਨਿਟੀਜ਼ ਦੇ ਸਬਜੈਕਟਸ ਦੇ ਵਿੱਚ ਹੈ। ਇੰਗਲਿਸ਼, ਫ੍ਰੈਂਚ, ਸੋਸ਼ੀਓਲੋਜੀ, ਪੋਲੀਟੀਕਲ ਸਾਇੰਸ, ਹਿਸਟਰੀ। ਮੈਂ ਤੇ ਇਹਨਾਂ ਸਬਜੈਕਟਸ, ਇਹਨਾਂ ਡਿਸਿਪਲਿਨਸ ਦੇ ਵਿੱਚ ਰਿਸਰਚ ਐਂਡ ਸਟੱਡੀ ਕਰਨਾ ਚਾਹੁੰਦਾ ਹਾਂ। ਮੈਂ ਤਾਂ ਇੱਕ ਰਾਈਟਰ ਬਣਨਾ ਚਾਹੁੰਦਾ ਹਾਂ। ਖੈਰ ਮੈਨੂੰ ਮੈਡੀਕਲ ਲੈਣਾ ਹੀ ਪਿਆ। 3 ਸਾਲ ਦੀ BSc ਵੀ ਕਰਨੀ ਪਈ, 2 ਸਾਲ ਦੀ MSc ਵੀ ਕਰਨੀ ਪਈ, 2 ਸਾਲ PhD ਨੂੰ ਵੀ ਦੇਣੇ ਪਏ। PhD ਦੇ ਉਹਨਾਂ ਦਿਨਾਂ ਦੇ ਵਿੱਚ ਸਾਡੇ ਰਿਸਰਚ ਗਾਈਡ ਨੇ ਇੱਕ ਦਿਨ ਕਿਹਾ ਕਿ ਤੁਸੀਂ ਇੰਟਰਨੈਸ਼ਨਲੀ ਰਿਪਿਊਟਡ ਰੈਵੋਲੂਸ਼ਨਰੀ ਰਿਸਰਚ ਕਰ ਹੀ ਨਹੀਂ ਸਕਦੇ ਜਦੋਂ ਤੱਕ ਤੁਸੀਂ ਦਿਨ ਰਾਤ ਸੋਤੇ ਜਾਗਦੇ ਆਪਣੇ ਸਬਜੈਕਟ ਬਾਰੇ ਨਹੀਂ ਸੋਚਦੇ। ਉਸ ਵੇਲੇ ਮੈਨੂੰ ਲੱਗਾ ਮੈਂ ਤਾਂ ਬਹੁਤ ਵੱਡਾ ਧੋਖਾ ਕਰ ਰਿਹਾ ਆਪਣੇ ਆਪ ਦੇ ਨਾਲ, ਕਿਉਂਕਿ ਮੈਂ ਤਾਂ ਸਾਇੰਸਿਸ ਦੇ ਬਾਰੇ ਸੋਚਦਾ ਹੀ ਨਹੀਂ। ਮੈਂ ਤਾਂ ਸਾਰਾ ਦਿਨ ਰਾਈਟਰਸ, ਥਿੰਕਰਸ, ਫਿਲਾਸਫਰਸ, ਇੰਟੈਲੈਕਚੁਅਲਸ ਦੀ ਇੰਟਰਵਿਊਜ਼ ਪੜ੍ਹਨਾ, ਉਹਨਾਂ ਦੀਆਂ ਬੁੱਕਸ ਪੜ੍ਹਦਾ ਹਾਂ। ਮੈਂ PhD ਵਿੱਚ ਹੀ ਡ੍ਰੌਪ ਕਰ ਦਿੱਤੀ। ਹੁਣ ਕੈਰੀਅਰ ਦਾ ਕੀ ਹੋਏਗਾ? ਜ਼ਿੰਦਗੀ ਦੀ ਗੱਡੀ ਵਿਚਕਾਰ ਤਾਂ ਰੋਕਤੀ, ਪਿੱਛੇ ਜਾਣ ਦਾ ਰਸਤਾ ਨਹੀਂ, ਅੱਗੇ ਦੀ ਦਿਸ਼ਾ ਨਹੀਂ, ਤਾਂ ਕੀ ਕਰਾਂਗੇ? ਫੋਰਚੂਨੇਟਲੀ ਉਹਨਾਂ ਦਿਨਾਂ ਦੇ ਵਿੱਚ ਮੈਂ 2 ਇਹੋ ਜਿਹੇ ਇੰਟਰਵਿਊਜ਼ ਸੁਣੇ ਜਿਨ੍ਹਾਂ ਨੇ ਮੇਰੀ ਸੋਚ ਨੂੰ ਇੱਕ ਆਕਾਰ ਦਿੱਤਾ। ਇੱਕ ਸੀ J.K. ਰੋਲਿੰਗ, ਰਾਈਟਰ ਆਫ ਹੈਰੀ ਪੋਟਰ, ਐਂਡ ਇੱਕ ਸੀ ਡੈਨ ਬਰਾਊਨ, ਰਾਈਟਰ ਆਫ ਦਾ ਵਿੰਚੀ ਕੋਡ। ਵੈਰੀ ਰਿਨਾਊਂਡ ਆਥਰਸ ਤੇ ਬੜੀ ਮਸ਼ਹੂਰ ਇਹਨਾਂ ਦੀਆਂ ਕਿਤਾਬਾਂ, ਅਹਿਮ ਕਿਤਾਬਾਂ।
ਇਹਨਾਂ ਰਾਈਟਰਸ ਨੇ ਆਪਣੇ ਇੰਟਰਵਿਊਜ਼ ਦੇ ਵਿੱਚ ਆਪਣੀ ਕਹਾਣੀ ਦਾ ਉਦਾਹਰਨ ਦਿੰਦੇ ਹੋਏ ਇਹ ਸਮਝਾਇਆ ਕਿ ਜੇਕਰ ਤੁਸੀਂ ਚੰਗਾ ਲਿਖਾਰੀ ਬਣਨਾ ਹੈ ਤਾਂ ਤੁਹਾਨੂੰ ਟੀਚਰ ਬਣਨਾ ਚਾਹੀਦਾ ਹੈ। ਟੀਚਰ ਹੀ ਹੈ ਜੋ ਚੈਪਟਰਸ ਦੇ ਅਧਿਐਨ ਕਰਨ ਦੇ ਚੱਕਰ 'ਚ ਇੱਕ ਰਿਸਰਚ ਕਰ ਬੈਠਦੀ ਹੈ। ਇੱਕ ਟੀਚਰ ਹੀ ਹੈ ਜੋ ਹਿਊਮਨ ਸਾਈਕੋਲੋਜੀ ਨੂੰ ਜ਼ਿਆਦਾ ਸਮਝ ਸਕਦਾ ਹੈ, ਬਿਕਾਜ਼ ਉਹ ਪੈਰੈਂਟਸ ਐਂਡ ਸਟੂਡੈਂਟਸ ਦੋਵਾਂ ਦੇ ਨਾਲ ਹਰ ਵੇਲੇ ਡੀਲ ਕਰ ਰਿਹਾ ਹੁੰਦਾ ਹੈ। ਤੇ ਲਿਖਾਈ ਦੀ ਬਰੀਕੀ ਸਮਝਣ ਦੇ ਲਈ ਜੋ ਲੈਂਗੁਏਜ ਦੀ ਵਰਸੈਟਿਲਿਟੀ ਸਮਝਣੀ ਹੁੰਦੀ ਹੈ, ਪਰਿਸਥਿਤੀਆਂ ਨੂੰ ਅਨੁਭਵ ਕਰਨਾ ਹੁੰਦਾ ਹੈ, ਕਿਰਦਾਰਾਂ ਨੂੰ ਵੇਖਣਾ ਹੁੰਦਾ ਹੈ, ਉਹ ਵੀ ਟੀਚਰਸ ਹੀ ਕਰ ਸਕਦੇ ਨੇ। ਸੋ ਦਿਸ਼ਾ ਤਾਂ ਮਿਲ ਗਈ। ਮੈਂ ਇੱਕ ਅਕੈਡਮੀ ਐਂਡ ਕਿੰਡਰਗਾਰਟਨ ਸ਼ੁਰੂ ਕੀਤਾ। ਆਪਣੀ ਡਿਵੋਸ਼ਨ, ਸਿੰਸੈਰਿਟੀ, ਦਿਲ ਲਗਨ ਦੇ ਨਾਲ ਕੰਮ ਕਰਨ ਦੇ ਨਾਲ ਸਟੂਡੈਂਟਸ ਦਾ ਇਨਫਲਕਸ ਵੀ ਆਇਆ। ਬਹੁਤ ਸਾਰੀ ਕਿਤਾਬਾਂ ਪੜ੍ਹਨ ਦਾ ਮੌਕਾ ਵੀ ਮਿਲਿਆ। ਪਰ ਜਿਵੇਂ ਜਿਵੇਂ ਆਪਣਾ ਬਿਜ਼ਨਸ ਵੱਧਦਾ ਗਿਆ, ਮੈਨੂੰ ਸਿੱਖਿਆ ਪ੍ਰਣਾਲੀ ਦੀ ਤੀਜੀ ਸੱਟ ਲੱਗੀ। ਪਤਾ ਲੱਗਾ ਕਿ ਸਾਨੂੰ ਫਾਈਨੈਂਸ਼ੀਅਲ ਐਜੂਕੇਸ਼ਨ ਬਾਰੇ ਤਾਂ ਕੁਝ ਸਿਖਾਇਆ ਹੀ ਨਹੀਂ ਗਿਆ, ਸਾਨੂੰ ਬਿਜ਼ਨਸ ਮੈਨੇਜਮੈਂਟ ਬਾਰੇ ਤਾਂ ਕੁਝ ਦੱਸਿਆ ਹੀ ਨਹੀਂ ਗਿਆ। ਹਮੇਸ਼ਾ ਪੜ੍ਹਾਈ ਨੇ ਸਾਨੂੰ ਬੇਰੁਜ਼ਗਾਰ ਨੌਕਰੀ ਲੱਭਣ ਵਾਲੇ ਦੇ ਕਿਰਦਾਰ ਬਾਰੇ ਤਾਂ ਦੱਸਿਆ, ਪਰ ਨੌਕਰੀ ਦੇਣ ਬਾਰਿਆਂ ਵਾਲੇ ਕੁਝ ਨਹੀਂ ਦੱਸਿਆ। ਆਪਣੀ ਕਮੀ ਨੂੰ ਸਮਝਣ ਤੋਂ ਬਾਅਦ ਮੈਂ ਕਾਫੀ ਲਿਟਰੇਚਰ ਤੇ ਬੁੱਕਸ ਪੜ੍ਹਨੀਆਂ ਸ਼ੁਰੂ ਕੀਤੀਆਂ ਔਨ ਫਾਈਨੈਂਸ਼ੀਅਲ ਐਜੂਕੇਸ਼ਨ। ਮੈਂ ਕਾਫੀ ਵਰਕਸ਼ਾਪਸ ਜੁਆਇਨ ਕੀਤੀਆਂ ਔਨ ਦ ਸੇਮ ਟੌਪਿਕ। ਇਹੋ ਜਿਹੇ ਕਲੱਬਸ ਐਂਡ ਐਸੋਸੀਏਸ਼ਨਸ ਜੁਆਇਨ ਕੀਤੇ ਜਿਹਦੇ ਵਿੱਚ ਐਂਟਰਪ੍ਰੀਨਿਓਰਸ ਜਾਂ ਬਿਜ਼ਨਸਮੈਨ ਆਉਂਦੇ ਸੀ, ਅਸੀਂ ਗੱਲਾਂ ਕਰਦੇ ਸੀ। ਹੌਲੀ ਹੌਲੀ ਮੈਨੂੰ ਫਾਈਨੈਂਸ਼ੀਅਲ ਲਿਟਰੇਸੀ ਦੀ ਇੰਪੋਰਟੈਂਸ ਦਾ ਪਤਾ ਲੱਗਾ, ਫਾਈਨੈਂਸ਼ੀਅਲ ਇੰਡੀਪੈਂਡੈਂਸ ਦੀ ਜ਼ਰੂਰਤ ਦਾ ਪਤਾ ਲੱਗਾ। ਤੇ ਇੱਕ ਬਹੁਤ ਜ਼ਰੂਰੀ ਗੱਲ ਪੱਲੇ ਪਈ ਕਿ ਕਰੀਅਰ ਬਣਾਉਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਕੋਈ ਯੂਨੀਵਰਸਿਟੀ ਚੁਣ ਲਓ ਜਾਂ ਤੁਸੀਂ ਕੋਈ ਡਿਗਰੀ ਹਾਸਲ ਕਰ ਲਓ। ਕਰੀਅਰ ਬਣਾਉਣ ਦਾ ਮਤਲਬ ਹੁੰਦਾ ਹੈ ਕਰੀਅਰ ਰੈਡੀਨੈਸ ਦਿਖਾਣਾ, ਜਿਹਦੇ ਵਿੱਚ ਫਾਈਨੈਂਸ਼ੀਅਲ ਐਜੂਕੇਸ਼ਨ ਦਾ ਬਹੁਤ ਜ਼ਰੂਰੀ ਰੋਲ ਹੈ। ਫਾਈਨੈਂਸ, ਫੰਡ ਰੇਜ਼ਿੰਗ, ਬਿਜ਼ਨਸ ਮੈਨੇਜਮੈਂਟ, ਐਡਮਿਨਿਸਟ੍ਰੇਸ਼ਨ, ਐਂਟਰਪ੍ਰਾਈਜ਼ਿੰਗ, ਟੀਮ ਬਿਲਡਿੰਗ, ਲੀਡਰਸ਼ਿਪ, ਇਹ ਕੁਝ ਇਹੋ ਜਿਹੇ ਇੰਪੋਰਟੈਂਟ ਸਕਿੱਲਸ ਨੇ ਜੋ ਸਕੂਲਸ 'ਚ ਰਾਈਟ ਫਰੋਮ ਦ ਬਿਗਿਨਿੰਗ ਹੀ ਸਿਖਾਏ ਜਾਣੇ ਚਾਹੀਦੇ ਨੇ। ਲਕੀਲੀ ਓਵਰ ਟਾਈਮ ਅਸੀਂ ਇਹ ਸਾਰੀ ਇੰਪੋਰਟੈਂਟ ਚੀਜ਼ਾਂ ਨੂੰ ਸਮਝਿਆ ਤੇ ਬਹੁਤ ਧਿਆਨ ਨਾਲ ਸੋਚਿਆ, ਜਿਹਦਾ ਨਤੀਜਾ ਇਹ ਹੋਇਆ ਕਿ ਅੱਜ ਅਕੈਡਮੀ ਐਂਡ ਕਿੰਡਰਗਾਰਟਨ ਇੱਕ ਸਸਟੇਨੇਬਲ ਤੇ ਰਿਸਪੈਕਟੇਬਲ ਬਿਜ਼ਨਸ ਸਟਰਕਚਰ ਹੈ। ਜਦੋਂ ਮੈਂ ਹਿਊਮਨ ਰਿਸੋਰਸ ਮੈਨੇਜਮੈਂਟ ਦੇ ਪ੍ਰਿੰਸੀਪਲਸ ਬਾਰੇ ਸਿੱਖਿਆ ਤਾਂ ਮੈਨੂੰ ਆਪਣੇ ਸਟਾਫ ਦੀ ਪ੍ਰੋਡਕਟਿਵਿਟੀ ਐਂਡ ਐਫੀਸ਼ੀਐਂਸੀ ਨੂੰ ਵਧਾਉਣ ਬਾਰੇ ਵੀ ਪਤਾ ਲੱਗਾ। ਮੈਂ ਅੱਜ ਆਪਣੇ ਕਰਿਕੂਲਮ ਤੇ ਐਜੂਕੇਸ਼ਨ ਪਲਾਨਸ ਨੂੰ ਇੱਕ ਸੈਲੇਬਲ ਐਂਡ ਵੈਲਿਊਏਬਲ ਕਮੋਡਿਟੀ ਦੇ ਰੂਪ ਵਿੱਚ ਪੇਸ਼ ਕਰ ਚੁੱਕਾ ਹਾਂ। Today, when I see hundreds of students ਜੋ ਅਕੈਡਮੀ ਆਉਂਦੇ ਨੇ, and when I see my own children, my son and my daughter, ਮੈਂ ਸੋਚਣਾ ਕਿ ਇਹਨਾਂ ਨੂੰ ਮੈਂ ਲਾਈਫ 'ਚ ਉਹ ਕਨਫਿਊਜ਼ਨ 'ਚ ਨਹੀਂ ਦੇਖਣਾ ਚਾਹਾਂਗਾ ਜੋ ਕਦੀ ਮੈਂ ਸਫਰ ਕੀਤੀ ਸੀ। ਉਹ ਫਰਸਟ੍ਰੇਸ਼ਨ, ਉਹ ਡਿਲੀਰੀਅਮ ਜਦੋਂ ਫਾਈਨੈਂਸ਼ੀਅਲ ਅੰਡਰਸਟੈਂਡਿੰਗ ਨਹੀਂ ਸੀ, ਉਹ ਇਹਨਾਂ ਨੂੰ ਨਾ ਦੇਖਣਾ ਪਵੇ। ਇਹਨਾਂ ਨੂੰ ਪਤਾ ਲੱਗੇ ਦੇ ਕੈਨ ਬੀ, ਉਹ ਜੋ ਕੁਝ ਵੀ ਬਣਨਾ ਚਾਹੁੰਦੇ ਨੇ ਉਹ ਬਣ ਸਕਦੇ ਨੇ। ਫੰਡ ਰੇਜ਼ਿੰਗ, ਅਕਾਊਂਟਸ, ਮਨੀ ਮੈਨੇਜਮੈਂਟ, ਇਹ ਇੱਕ ਇਹੋ ਜਿਹੀ ਇੰਪੋਰਟੈਂਟ ਐਲੀਮੈਂਟਸ ਨੇ, ਇੱਕ ਸਾਇੰਸ ਹੈ ਜੋ ਤੁਹਾਨੂੰ ਐਮਪਾਵਰ ਕਰਦੀ ਹੈ ਕਿ ਤੁਸੀਂ ਆਪਣੇ ਕਰੀਅਰ ਦਾ ਵਾਟਐਵਰ ਰੁਖ ਚੁਣੋ। ਤੁਸੀਂ ਆਪਣੇ ਘਰ ਬੈਠੇ ਬਿਜ਼ਨਸ ਸ਼ੁਰੂ ਕਰ ਸਕਦੇ ਹੋ, ਤੁਸੀਂ ਆਪਣੀ ਲਿਮਿਟਿਡ ਜੌਬ ਇਨਕਮ ਨੂੰ ਐਕਸਪੈਂਡ ਕਰ ਸਕਦੇ ਹੋ, ਪੋਟੈਂਸ਼ੀਅਲ ਬਹੁਤ ਵੱਧ ਜਾਂਦਾ ਹੈ। ਇਸ ਕਰਕੇ ਮੈਂ ਆਪਣੇ ਬਿਜ਼ੀ ਰੂਟੀਨ ਵਿੱਚੋਂ ਜਦੋਂ ਟਾਈਮ ਕੱਢਿਆ ਫॉर ਮਾਈ ਰੀਕ੍ਰੀਏਸ਼ਨ ਐਂਡ ਹੌਬੀ, ਮੈਂ ਇੱਕ ਕਿਤਾਬ ਲਿਖੀ ਜਿਹਦਾ ਨਾਮ ਹੈ MBA ਫॉर ਚਿਲਡਰਨ। ਇਹ ਕਿਤਾਬ ਐਨੀਮਲ ਸਟੋਰੀਜ਼ ਦੇ ਥਰੂ ਨਾ ਸਿਰਫ ਬੱਚਿਆਂ ਨੂੰ ਬਲਕਿ ਫਾਊਂਡਰਸ ਆਫ ਡਿਫਰੈਂਟ ਬਿਜ਼ਨੈਸਿਸ, ਸਟਾਰਟਅਪ ਦੇ ਓਨਰਸ ਜਾਂ ਵੂਮਨ ਐਂਟਰਪ੍ਰੀਨਿਓਰ ਨੂੰ ਐਜੂਕੇਟ ਕਰਦੀ ਹੈ ਔਨ ਫਾਈਨੈਂਸ਼ੀਅਲ ਟਰਮਸ ਐਂਡ ਬਿਜ਼ਨਸ ਮੈਨੇਜਮੈਂਟ। ਅੱਜ ਜਦੋਂ ਮੈਂ ਆਪਣੇ ਵਰਕਪਲੇਸ ਤੇ ਜਾਂਦਾ ਹਾਂ ਤਾਂ ਇੱਕ ਸ਼ੁਕਰਾਨੇ ਦੇ ਭਾਵ ਦੇ ਨਾਲ ਭਰ ਜਾਂਦਾ ਹਾਂ, ਇਹ ਸੋਚਦੇ ਹੋਏ ਕਿ ਮੇਰਾ ਵਰਕਪਲੇਸ ਮੇਰੇ ਪੈਸ਼ਨ ਦੀ ਕੁਰਸੀ ਹੈ। ਮੈਂ ਚਾਹੁੰਦਾ ਹਾਂ ਕਿ ਅੱਜ ਦੀ ਪੀੜ੍ਹੀ ਵੀ ਐਂਡ ਈਵਨ ਮਾਈ ਓਨ ਚਿਲਡਰਨ ਇਹੀ ਰੁਖ ਨੂੰ, ਇਹੀ ਭਾਵ ਨੂੰ ਸਮਝ ਸਕਣ। ਮੈਂ ਆਪਣੀ ਹੀ ਕਿਤਾਬ MBA ਫॉर ਚਿਲਡਰਨ ਦੇ ਵਿੱਚੋਂ ਇੱਕ ਫੇਵਰਿਟ ਪਾਰਟ ਸ਼ੇਅਰ ਕਰਨਾ ਚਾਹੁੰਦਾ ਹਾਂ। ਬਾਰਟਰ ਸਿਸਟਮ, ਲੈਣ ਦੇਣ ਦਾ ਸਿਸਟਮ ਅੱਜ ਵੀ ਕਾਇਮ ਹੈ। ਰੱਬ ਨੇ ਸਾਨੂੰ ਸਾਰਿਆਂ ਨੂੰ ਇੱਕ ਵੱਖਰੇ ਉਮੰਗ ਨਾਲ ਬਣਾਇਆ ਹੈ, ਇੱਕ ਵੱਖਰੇ ਟੈਲੈਂਟ ਦੇ ਨਾਲ ਬਣਾਇਆ ਹੈ ਤਾਂ ਕਿ ਅਸੀਂ ਕੁਝ ਇਹੋ ਜਿਹਾ ਕਰ ਸਕੀਏ ਜੋ ਪਹਿਲੇ ਕਦੀ ਨਹੀਂ ਹੋਇਆ। ਇਸ ਕਰਕੇ ਇਸ ਸਮਾਜ ਨੂੰ ਸਾਡੇ ਯੋਗਦਾਨ ਦੀ ਲੋੜ ਹੈ ਤੇ ਐਕਸਚੇਂਜ ਦੇ ਵਿੱਚ ਇਹ ਸਮਾਜ ਸਾਨੂੰ ਹਰ ਤਰ੍ਹਾਂ ਦੀ ਪ੍ਰੋਸਪੈਰਿਟੀ ਦੇਣ ਨੂੰ ਤਿਆਰ ਹੈ। ਸੋ ਲੱਭੋ ਆਪਣਾ ਟੈਲੈਂਟ, ਫਰੋਲੋ ਆਪਣਾ ਪੈਸ਼ਨ ਤੇ ਆਪਣਾ ਯੋਗਦਾਨ ਦਿਓ ਤੇ ਤੁਸੀਂ ਵੇਖੋਗੇ ਫੁਹਾਰੇ ਫੁੱਟਣਗੇ ਆਸਮਾਨ ਤੋਂ
ਤੁਹਾਡੀ ਉਪਲਬਧੀਆਂ ਦੇ ਨਦੀਆਂ ਵਹਿਣਗੀਆਂ ਤੁਹਾਡੇ ਸਾਹਮਣੇ ਤੁਹਾਡੀ ਖੁਸ਼ੀਆਂ ਦੀਆਂ ਤੇ ਤੁਸੀਂ ਇੱਕ ਵਿਜੇਤਾ ਦੇ ਰੂਪ ਦੇ ਵਿੱਚ ਆਰਾਮ 'ਚ ਬੈਠੋਗੇ। ਜਾਂਦੇ ਜਾਂਦੇ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਸਾਨੂੰ ਆਪਣੀ ਲਾਈਫ ਦਾ ਡਿਜ਼ਾਈਨਰ ਆਪ ਬਣਨਾ ਪਏਗਾ। ਸਾਨੂੰ ਆਪਣੇ ਲਾਈਫ ਸਟਾਈਲ 'ਚ ਬੈਲੈਂਸ ਆਪ ਲੱਭਣਾ ਪਏਗਾ। ਕਰੀਅਰ ਬਣਾਉਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਇੱਕ ਮੈਡ ਰੈਟ ਰੇਸ 'ਚ ਭੱਜੋ। ਤੁਸੀਂ ਆਪਣੇ ਬੱਚਿਆਂ ਨੂੰ ਵੀ ਇੱਕ ਸਟ੍ਰੈਸ ਦੇ ਵਿੱਚ ਪਾਲੋ। ਜ਼ਰੂਰੀ ਇਹ ਹੈ ਕਿ ਅਸੀਂ ਭਾਵੇਂ ਉਹ ਹਾਊਸਹੋਲਡ ਮੈਨੇਜਮੈਂਟ ਹੋਏ ਜਾਂ ਉਹ ਵਰਕਪਲੇਸ ਐਡਮਿਨਿਸਟ੍ਰੇਸ਼ਨ ਹੋਏ ਜਾਂ ਫਾਈਨੈਂਸ਼ੀਅਲ ਡਿਸਕਸ਼ਨਸ ਹੋਣ, ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਐਜ਼ ਅ ਫੈਮਿਲੀ ਅਸੀਂ ਇਕੱਠੇ ਬੈਠੀਏ ਤਾਂ ਕਿ ਅਸੀਂ ਅੰਡਰਸਟੈਂਡ ਕਰੀਏ ਸਾਡੀ ਪ੍ਰਾਇਓਰਿਟੀਜ਼ ਕੀ ਹਨ। I wish you all the best for all your future endeavors. MBA for Children waits for you. ये टॉक देखकर हमने एक कदम बढ़ाया है जीत की ओर। इसी तरह अब कदम बढ़ाते हैं बहुत सारी सेविंग्स की ओर और पाते हैं कैशबैक अपने हर ऑनलाइन ऑर्डर पे। आप फ्लिपकार्ट, मिंत्रा, अमेज़न, नाइका जैसी वेबसाइट पर तो खर्चा करते ही होंगे। कैश करो ऐप पे आपको इन सभी वेबसाइट पर और अन्य 1500 ब्रांड्स पर 50% तक का कैशबैक मिलता है। हमें बस कैश करो ऐप पे जाना है, वहां से फ्लिपकार्ट या अन्य कोई भी ब्रांड सिलेक्ट करना है। हमें हर बार की तरह ही शॉपिंग करनी है, लेकिन इस बार मिलेगा कैशबैक। ये कैशबैक आपके हर शॉपिंग पे मिलेगा और वो कैशबैक होगा सभी ऑफर्स, डिस्काउंट, सेल्स या स्पेशल ऑफर्स के डिस्काउंटेड अमाउंट के ऊपर। ऑर्डर प्लेस करने के बाद ये सारा कैशबैक आपके कैश करो वॉलेट में ऐड हो जाएगा, जो कंफर्मेशन पे आप बहुत आसानी से अपने अमेज़न पे, फ्लिपकार्ट गिफ्ट कार्ड या बैंक अकाउंट में भी सीधा ट्रांसफर कर सकते हैं। तो ये आदत डाल लो, पहले कैश करो पे आओ, यहाँ से किसी भी साइट पर जाओ और अनलिमिटेड सेविंग्स पाओ। तो कैश करो, ऐश करो। क्लिक ऑन द लिंक इन डिस्क्रिप्शन एंड डाउनलोड कैश करो ऐप नाउ। ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।